प्रेज लॉर्ड। खुदा दा शुक्र ਉਹਦਾ ਧੰਨਵਾਦ ਕਰਦੇ ਹਾਂ। ਪ੍ਰਭੂ ਦੇ ਨਾਮ ਨੂੰ ਇੱਜ਼ਤ ਉਹਦੇ ਨਾਮ ਨੂੰ ਚਲਾਉਂਦੇ ਨੇ। ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪਾਪ ਵੱਲੋਂ ਮਰ ਕੇ ਮਸੀਹ ਵਿੱਚ ਜਿਉਣਾ। ਜਿਹੜੇ ਪਾਪ ਅਸੀਂ ਪਹਿਲਾਂ ਕਰਦੇ ਰਹੇ ਹਾਂ, ਜਦੋਂ ਅਸੀਂ ਮਸੀਹ ਦੇ ਵਿੱਚ ਨਹੀਂ ਸੀਗੇ, ਜਦੋਂ ਅਸੀਂ ਪਾਪਾਂ ਦੇ ਵਿੱਚ ਫਸੇ ਹੋਏ ਸੀ, ਸਾਡੇ ਪਾਪਾਂ ਦੇ ਕਰਕੇ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਬਹੁਤ ਹੀ ਬਰਬਾਦ ਹੋਈਆਂ ਪਈਆਂ ਸੀਗੀਆਂ, ਬਹੁਤ ਹੀ ਖਰਾਬ ਹੋਈਆਂ ਪਈਆਂ ਸੀ। ਪਰ ਪ੍ਰਭੂ ਯਿਸੂ ਮਸੀਹ ਨਾਜ਼ਰੀ ਦੇ ਵਿੱਚ ਆ ਕੇ ਬੈਪਤਿਜ਼ਮ ਲੈ ਕੇ ਉਹ ਸਾਡੀ ਜਿਹੜੀ ਪੁਰਾਣੀ ਇਨਸਾਨੀਅਤ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਤਾਂ ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਨੂੰ ਮਾਫ ਕਰ ਦਿੰਦੇ, ਇਸ ਤਰ੍ਹਾਂ ਦੇ ਮਾਫ ਕਰ ਦਿੰਦੇ ਕਿ ਬਰਫ਼ ਦੀ ਮਨ ਜਿਹੜੇ ਆ ਉਹ ਚਿੱਟੇ ਕਰ ਦਿੰਦੇ। ਹਾਲੇਲੂਇਆ। ਤਾਂ ਫਿਰ ਆਪਾਂ ਦੇਖਣਾ ਕਿ ਕੀ ਗੱਲ, ਅਸੀਂ ਹੁਣ ਬੈਪਤਿਜ਼ਮ ਲੈ ਕੇ ਅਸੀਂ ਪਾਪ ਵੀ ਬਖਸ਼ਾ ਲਿਆ ਹੈ, ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪ ਵੀ ਮਾਫ ਕਰ ਦਿੱਤੇ ਹੈ। ਤਾਂ ਫਿਰ ਅਸੀਂ ਪਾਪ ਕਰੀ ਜਾਈਏ? ਪਰ ਨਹੀਂ, ਮੇਰੇ ਜੋ ਪਰਮੇਸ਼ਰ ਦੇ ਵਚਨ 'ਚ ਇਸ ਤਰ੍ਹਾਂ ਨਹੀਂ ਲਿਖਿਆ ਕਿ ਇੱਕ ਵਾਰੀ ਅਸੀਂ ਪਾਪਾਂ ਦੀ ਮਾਫੀ ਜਿਹੜੀ ਆ ਪਰਮੇਸ਼ਰ ਦੇ ਕੋਲੋਂ ਮੰਗ ਕੇ ਪਰਮੇਸ਼ਰ ਨੇ ਸਾਡੇ ਪਾਪ ਮਾਫ ਵੀ ਕਰ ਦਿੱਤੇ ਆ। ਤਾਂ ਉਸ ਤੋਂ ਬਾਅਦ ਅਸੀਂ ਪਰਮੇਸ਼ਰ ਦੇ ਵਚਨ ਸਾਨੂੰ ਦੱਸਦਾ ਹੈ ਕਿ ਭਗਤੀ ਵਾਲਾ ਜੀਵਨ ਜਿਹੜਾ ਆ ਪਰਮੇਸ਼ਰ ਦੇ ਪੂਰੇ ਤੌਰ ਤੇ ਅਸੀਂ ਜਿਹੜਾ ਆ ਜੀਵਨ ਜਿਹੜਾ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਜਿਹੜਾ ਆ ਉਹ ਅਸੀਂ ਅੱਗੇ ਜਿਹੜਾ ਆ ਸਾਰਾ ਪਰਮੇਸ਼ਰ ਦਾ ਜਿਹੜਾ ਵਚਨ ਜਿਹੜਾ ਸਾਨੂੰ ਦੱਸਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਚਲਾਉਣੀ ਹੈ। ਹਾਲੇਲੂਇਆ। ਇਹ ਨਹੀਂ ਆ ਕਿ ਅਸੀਂ ਬੈਪਤਿਜ਼ਮ ਲੈ ਲਿਆ ਤੇ ਫਿਰ ਵੀ ਅਸੀਂ ਪਾਪ ਤੇ ਪਾਪ ਹੀ ਕਰੀ ਜਾਈਏ। ਨਹੀਂ, ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਕਿ ਤੁਹਾਡੇ ਪਾਪ ਮਾਫ ਹੋ ਗਿਆ ਤਾਂ ਅੱਗੇ ਤੋਂ ਤੁਸੀਂ ਪਾਪ ਨਹੀਂ ਕਰਨੇ। ਆਪਣੀ ਜ਼ਿੰਦਗੀ ਜਿਹੜੀ ਹੈ ਯਿਸੂ ਮਸੀਹ ਨੂੰ ਤੁਸੀਂ ਦੇਤੀ ਆ, ਹੁਣ ਪਰਮੇਸ਼ਰ ਵਰਗੇ ਕੰਮ ਤੁਸੀਂ ਕਰਨੇ ਆ। ਪਰਮੇਸ਼ਰ ਦੇ ਵਚਨ ਦੇ ਮੁਤਾਬਕ ਜੋ ਹੈਗਾ ਲਿਖਿਆ ਹੈ ਪਰਮੇਸ਼ਰ ਦੇ ਵਚਨ ਕਿ ਤੁਸੀਂ ਅੱਗੇ ਤੋਂ ਕੋਈ ਪਾਪ ਨਹੀਂ ਕਰਨਾ ਜਿਹੜਾ ਕਿ ਪਰਮੇਸ਼ਰ ਨੂੰ ਇਹ ਪਸੰਦ ਨਹੀਂ ਹੈ। ਪਾਪ ਜਿਹੜਾ ਹੈ, ਪਾਪ ਹੀ ਬਹੁਤ ਹੀ ਇਦਾਂ ਦੀ ਇੱਕ ਗੱਲਬਾਤ ਹੈ ਜਿਹੜੀ ਪਰਮੇਸ਼ਰ ਨੂੰ ਪਸੰਦ ਨਹੀਂ ਹੈ। ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ, ਰੋਮੀਆਂ ਦੀ ਕਿਤਾਬ ਉਹਦਾ 6 ਬਾਬ ਉਹਦੀ 1 ਆਇਤ ਤੋਂ ਆਪਾਂ ਪੜਾਂਗੇ ਕਿ ਹੁਣ ਅਸੀਂ ਕੀ ਆਖੀਏ ਕਿ ਅਸੀਂ ਪਾਪ ਕਰਨ ਵਿੱਚ ਲੱਗੇ ਰਹੀਏ। ਕਿ ਹੁਣ ਅਸੀਂ ਕੀ ਆਖੀਏ ਕਿ ਅਸੀਂ ਹੁਣ ਪਾਪ ਕਰਨ ਦੇ ਵਿੱਚ ਲੱਗੇ ਰਹੀਏ। ਜੇ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋ ਕੇ ਬੈਪਤਿਜ਼ਮ ਲੈ ਕੇ ਅਸੀਂ ਪਾਪਾਂ ਦੀ ਮਾਫੀ ਜਿਹੜੀ ਆ ਸਾਨੂੰ ਮਿਲ ਗਈ ਹੈ, ਕਿ ਬੈਪਤਿਜ਼ਮ ਲੈ ਕੇ ਸਾਡੀ ਜ਼ਿੰਦਗੀ ਜਿਹੜੀ ਆ ਪੁਰਾਣੀ ਇਨਸਾਨੀਅਤ ਆ ਜਿਹੜੀ ਆ ਉਹ ਖਤਮ ਹੋ ਗਈ ਆ। ਸਾਨੂੰ ਪਰਮੇਸ਼ਰ ਨੇ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ, ਨਵੀਂ ਇਨਸਾਨੀਅਤ ਜਿਹੜੀ ਆ ਉਹ ਸਾਨੂੰ ਪਰਮੇਸ਼ਰ ਦਿੱਤੀ ਕਿ ਤੁਸੀਂ ਹੁਣ ਕੰਮ ਜਿਹੜੇ ਕਰ ਰਹੇ ਹੋ ਪਾਪ ਨਹੀਂ ਕਰਨਾ ਹੈ, ਕਰਨਾ ਨਹੀਂ ਕਰਨਾ। ਪਾਪ ਜੇ ਤੁਸੀਂ ਪਾਪ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਫੇਰ ਪਹਿਲੇ ਦੀ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਬਰਬਾਦ ਹੋ ਜਾਏਗੀ ਜਿਸ ਤਰ੍ਹਾਂ ਤੁਹਾਡੀ ਪਹਿਲਾਂ ਜ਼ਿੰਦਗੀ ਸੀ। ਪਰ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਕਿ ਹੁਣ ਅਸੀਂ ਕੀ ਕਰੀਏ? ਪਾਪ ਕੀ ਆਖੀਏ ਕਿ ਅਸੀਂ ਹੁਣ ਪਾਪ ਹੀ ਕਰੀ ਜਾਈਏ, ਪਾਪ ਕਰਨ ਵਿੱਚ ਲੱਗੇ ਰਹੀਏ। ਪਰ ਕਿਰਪਾ ਵਾਲੀ ਹੋਵੇ ਵੀ ਸਾਡੇ ਤੇ ਕਿਰਪਾ ਵਾਲੀ ਹੋਵੇ। ਨਹੀਂ ਮੇਰੇ ਜੋ ਪਰਮੇਸ਼ਰ ਦਾ ਵਚਨ ਸਾਨੂੰ ਇਹ ਨਹੀਂ ਕਹਿੰਦਾ ਹੈ ਕਿ ਹੁਣ ਅਸੀਂ ਪਾਪ ਹੀ ਕਰਦੇ ਰਹੀਏ, ਕਿ ਕਿਰਪਾ ਵਾਲੀ ਸਾਡੇ ਤੇ ਕਿਰਪਾ ਵਾਲੀ ਨਹੀਂ ਹੋ ਸਕਦੀ ਜੇਕਰ ਅਸੀਂ ਪਾਪਾਂ ਦੇ ਵਿੱਚ ਹੀ ਫਿਰ ਜ਼ਿੰਦਗੀ ਗੁਜ਼ਾਰੀਏ ਜੀ। ਹਾਲੇਲੂਇਆ। ਜੇ ਸੱਚਮੁੱਚ ਤੁਸੀਂ ਬੈਪਤਿਜ਼ਮ ਲੈ ਕੇ ਜਿਹੜੀ ਪੁਰਾਣੀ ਇਨਸਾਨੀਅਤ ਜਿਹੜੀ ਆ ਉਹਨੂੰ ਲਾ ਚੁੱਕਿਆ ਹੈ ਤਾਂ ਉਹਨੂੰ ਪੂਰੀ ਤੌਰ ਤੇ ਜਿਹੜਾ ਹੈ ਅਸੀਂ ਜਿਹੜੇ ਪਾਪਾਂ ਨੂੰ ਛੱਡ ਕੇ ਪਰਮੇਸ਼ਰ ਦੇ ਵਚਨਾਂ ਦੇ ਮੁਤਾਬਕ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਪਾਕ ਤੇ ਪਵਿੱਤਰ ਜ਼ਿੰਦਗੀ ਜਿਹੜੀ ਆ ਉਹ ਪਰਮੇਸ਼ਰ ਦੇ ਨਾਲ ਜਿਹੜੀ ਆ ਅਸੀਂ ਜੋੜਨੀ ਹੈ। ਹਾਲੇਲੂਇਆ। ਕਿ ਕੀ ਕਰੀਏ ਕਿ ਭਈ ਅਸੀਂ ਕਿਰਪਾ ਵਾਲੀ ਹੋਵੇ? ਕਦੇ ਨਹੀਂ। ਅਸੀਂ ਜਿਹੜੇ ਪਾਪ ਦੀ ਵੱਲੋਂ ਮੋਏ ਹੁਣ ਅਗਾਹਾਂ ਨੂੰ ਉਸ ਵਿੱਚ ਕਿੱਕਰ ਜੀਵਨ ਕੱਟੀਏ। ਹੁਣ ਅਸੀਂ ਪਾਪਾਂ ਤੋਂ ਮਰ ਗਏ ਆ, ਪਾਪ ਤੋਂ ਮੋਏ ਆ ਕਿ ਅਸੀਂ ਦਾ ਮਤਲਬ ਕਿ ਪਾਪ ਤੋਂ ਮਰ ਗਏ ਆ। ਅਸੀਂ ਜਿਹੜੀ ਪੁਰਾਣੀ ਇਨਸਾਨੀਅਤ ਪਾਪਾਂ ਵਾਲੀ ਜ਼ਿੰਦਗੀ ਜਿਹੜੀ ਆ ਉਹ ਸਾਡੀ ਖਤਮ ਹੋ ਗਈ ਆ। ਹਾਲੇਲੂਇਆ। ਤਾਂ ਕੀ ਆ ਕਿ ਅਸੀਂ ਆਪਣੀ ਉਹ ਅਗਲੀ ਜਿਹੜੀ ਜ਼ਿੰਦਗੀ ਜਿਹੜੀ ਆ ਉਹ ਪਾਪਾਂ ਤੋਂ ਰਹਿਤ ਹੋ ਕੇ ਪਰਮੇਸ਼ਰ ਤੋਂ ਆਜ਼ਾਦ ਹੋ ਕੇ ਪਾਪਾਂ ਤੋਂ ਆਜ਼ਾਦ ਹੋ ਕੇ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਨਵੀਂ ਜ਼ਿੰਦਗੀ ਜਿਹੜੀ ਆ ਉਹ ਅਸੀਂ ਗੁਜ਼ਾਰਨੀ ਹੈ। ਹਾਲੇਲੂਇਆ। ਅਥਵਾ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਵੀ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਦਾ ਬਪਤਿਸਮਾ ਲਿਆ ਹੈ ਉਹਦੀ ਮੌਤ ਦਾ ਬਪਤਿਸਮਾ ਤੁਸੀਂ ਅਣਜਾਣ ਹੈ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਤੁਸੀਂ ਅਣਜਾਣ ਹੈ ਕਿ ਜਿਹੜਾ ਅਸੀਂ ਮਸੀਹ ਯਿਸੂ ਦਾ ਬਪਤਿਸਮ ਲਿਆ ਹੈ ਉਹਦੀ ਮੌਤ ਦਾ ਬਪਤਿਸਮ ਲਿਆ। ਉਹਦੀ ਮੌਤ ਦਾ ਮੇਰੇ ਜੀ ਜੋ ਬਪਤਿਸਮ ਲਿਆ ਅਸੀਂ ਜਿਹੜਾ ਬਪਤਿਸਮ ਲਿਆ। ਹਾਲੇਲੂਇਆ। ਜੋ ਅਸੀਂ ਉਹਦੀ ਮੌਤ ਦਾ ਬਪਤਿਸਮਾ ਲਿਆ, ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹਦੇ ਨਾਲ ਦੱਬੇ ਗਏ। ਅਸੀਂ ਉਹ ਜਿਹੜਾ ਬੈਪਤਿਜ਼ਮ ਮੌਤ ਦਾ ਬੈਪਤਿਜ਼ਮ ਲੈ ਕੇ ਉਹਦੇ ਨਾਲ ਅਸੀਂ ਦੱਬੇ ਗਏ। ਕੀ ਮਤਲਬ ਕਿ ਸਾਡੀ ਜਿਹੜੀ ਪੁਰਾਣੀ ਇਨਸਾਨੀਅਤ ਉਹ ਦੱਬ ਗਈ ਆ। ਹਾਲੇਲੂਇਆ। ਇੱਕ ਨਵਾਂ ਜੀਵਨ ਜਿਹੜਾ ਪ੍ਰਭੂ ਯਿਸੂ ਮਸੀਹ ਬੈਪਤਿਜ਼ਮ ਲੈ ਕੇ ਪ੍ਰਭੂ ਯਿਸੂ ਮਸੀਹ ਦੀ ਮੌਤ ਦਾ ਬੈਪਤਿਜ਼ਮ ਲੈ ਕੇ ਕਿ ਅਸੀਂ ਇੱਕ ਨਵੀਂ ਇਨਸਾਨੀਅਤ ਜਿਹੜੇ ਅਸੀਂ ਬਣ ਗਏ ਹਾਂ, ਨਵੇਂ ਇਨਸਾਨ ਬਣ ਗਏ। ਹਾਲੇਲੂਇਆ। ਮੌਤ ਦਾ ਬਪਤਿਸਮ ਲੈਣ ਕਰਕੇ ਉਸ ਦੇ ਨਾਲ ਦੱਬੇ ਗਏ ਅਤੇ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਵਾਲਿਆ ਗਿਆ ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਵਿੱਚ ਚੱਲੀਏ। ਹਾਲੇਲੂਇਆ। ਜਿਸ ਤਰ੍ਹਾਂ ਮਸੀਹ ਮੁਰਦਿਆਂ ਦੇ ਵਿੱਚੋਂ ਜਵਾਲਿਆ ਗਿਆ, ਹਾਲੇਲੂਇਆ, ਤਾਂ ਅਸੀਂ ਵੀ ਕੀ ਕਰਨਾ ਹੈ? ਅਸੀਂ ਵੀ ਨਵੇਂ ਜੀਵਨ ਦੇ ਰਾਹ ਦੇ ਉੱਪਰ ਚੱਲਣਾ। ਨਵਾਂ ਜੀਵਨ ਜਿਹੜਾ
परमेश्वर ने सानू एक नवा जीवन देता, असी नवे जीवन दे राह दे उपर चलना। परमेश्वर दे वचन च लिखिया मेरे जो असी गुनाह नहीं करना, पाप नहीं करना। एक बार असी गुनाह तो पापा तो वापिस सानू प्रभु यीशु मसीह ने दे दी, बैपटिज्म लैके असी एक नवी जिंदगी जिहड़ी परमेश्वर यीशु मसीह नासरी ने सानू दित्ती है, तो वो फिर असी की करना है, भगती वाला जीवन गुजारना है, पापां तो रहत होके परमेश्वर दे वचनां दे विच लिखिया है कि जदों असी ओदी मौत दी समानता विच ओदे नाल जोड़े गए तां ओदे जी उठण दी समानता विच भी होवांगे। हालेलुया। कि लिखा कि जे मौत दी समानता विच असी जोड़े गए हैं, ओदे नाल जोड़े गए हैं ना, तो ओदे जी उठण दी समानता विच भी ਵਿੱਚ ਹੀ ਹੋਵਾਂਗੇ। ਹਾਲੇਲੂਇਆ। ਕਿਉਂ? ਜੋ ਅਸੀਂ ਇਹ ਜਾਣਦੇ ਹਾਂ ਜੋ ਸਾਡੀ ਪੁਰਾਣੀ ਮਨੁੱਖਤਾਈ ਉਹਦੇ ਨਾਲ ਸਲੀਬ ਉੱਤੇ ਚੜਾਈ। ਸਾਡੀ ਜਿਹੜੀ ਪੁਰਾਣੀ ਮੂਰਖਤਾ ਸੀ, ਉਹਦੀ ਜਿਹੜੀ ਪੁਰਾਣੀ ਮੂਰਖਤਾ ਸੀ ਉਹ ਸਲੀਬ ਦੇ ਉੱਪਰ ਚੜ ਗਈ। ਹਾਲੇਲੂਇਆ। ਚੜਾਈ ਗਈ। ਹਾਲੇਲੂਇਆ। ਉੱਤੇ ਚੜਾਈ ਗਈ ਵੀ ਪਾਪ ਦਾ ਸੀਰ ਨਸ਼ ਹੋ ਜਾਵੇ, ਤਾਂ ਅਗਾਂਹ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ। ਸਲੀਬ ਦੇ ਉੱਪਰ ਚੜਾਈ ਗਈ ਤਾਂ ਕਿ ਪਾਪ ਦਾ ਜਿਹੜਾ ਉਹ ਸੀਰ ਦਾ ਜਿਹੜਾ ਪਾਪ ਦਾ ਸਰੀਰ ਆ ਉਹ ਨਸ਼ਟ ਹੋ ਜਾਵੇ। ਹਾਲੇਲੂਇਆ। ਕਹਿਣ ਦਾ ਮਤਲਬ ਕਿ ਜ਼ਿੰਦਗੀ ਦੇ ਵਿੱਚੋਂ ਪਾਪ ਜਦੋਂ ਖਤਮ ਹੋ ਜਾਂਦਾ ਤਾਂ ਸਰੀਰ ਦਾ ਜਿਹੜਾ ਪਾਪ ਹੈ ਉਹ ਨਸ਼ਟ ਹੋ ਜਾਵੇ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦਾ ਵਚਨ ਲਿਖਿਆ ਹੈ ਕਿ ਤੁਸੀਂ ਕਿਹਾ ਸਰੀਰ ਦਾ ਨਸ਼ਟ ਹੋ ਜਾਵੇ ਤਾਂ ਅਗਾਂਹ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ। ਅਸੀਂ ਗਾਹਾਂ ਨੂੰ ਪਾਪ ਦੀ ਗੁਲਾਮੀ ਨਹੀਂ ਕਰਨੀ ਹੈ। ਹਾਲੇਲੂਇਆ। ਮੇਰੇ ਜੇ ਪਰਮੇਸ਼ਰ ਨੇ ਸਾਨੂੰ ਸਾਡੇ ਪਾਪਾਂ ਦੀ ਮਾਫੀ ਜਿਹੜੀ ਸਾਨੂੰ ਦੇ ਦਿੱਤੀ ਆ, ਜੇ ਪਰਮੇਸ਼ਰ ਨੇ ਸਾਨੂੰ ਪਾਪਾਂ ਦੀ ਮਾਫੀ ਦੇ ਦਿੱਤੀ ਤਾਂ ਅਸੀਂ ਅੱਗੇ ਤੋਂ ਗੁਨਾਹ ਨਾ ਕਰੀਏ, ਅਸੀਂ ਅੱਗੇ ਤੋਂ ਪਾਪ ਨਾ ਕਰੀਏ। ਕਿਉਂਕਿ ਜਿਹੜਾ ਮੋਇਆ ਅਤੇ ਪਾਪ ਤੋਂ ਛੁੱਟ ਕੇ ਧਰਮੀ ਠਹਿਰਿਆ ਗਿਆ ਨੇਚਾ ਵਿੱਚ ਹੈ ਉਹਦੇ ਨਾਲ ਜੀਵਾਂਗੇ। ਹਾਲੇਲੂਇਆ। ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮੋਏ ਤਾਂ ਸਾਨੂੰ ਕੀ ਆ? ਨੇਚਾ ਹੈ ਜੋ ਉਹਦੇ ਨਾਲ ਜੀਵਾਂਗੇ ਵੀ। ਜੇ ਅਸੀਂ ਮੋਏ ਗਏ ਆ, ਦਫਨ ਹੋ ਗਏ ਆ ਉਹਦੇ ਵਿੱਚ, ਤਾਂ ਅਸੀਂ ਉਹਦੇ ਨਾਲ ਜੀਵਾਂਗੇ ਵੀ। ਹਾਲੇਲੂਇਆ। ਜੇ ਅਸੀਂ ਪਰਮੇਸ਼ਰ ਦੇ ਨਾਲ ਚੱਲਾਂਗੇ ਤਾਂ ਉਹਦੇ ਨਾਲ ਕੀ ਆ? ਅਸੀਂ ਜੀਵਾਂਗੇ ਵੀ ਮੇਰੇ ਜੀਜੋ। ਹਾਲੇਲੂਇਆ। ਕਿਉਂ? ਜੋ ਅਸੀਂ ਇਹ ਜਾਣਦੇ ਹਾਂ ਭਈ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰਦਾ। ਜਿਹੜਾ ਮੁਰਦਿਆਂ ਵਿੱਚ ਜਿਉ ਫੇਰ ਮਰਦਾ ਨਹੀਂ। ਪਰਮੇਸ਼ਰ ਅਬ ਤੋਂ ਅਬਦੀ ਤੱਕ ਜਿੰਦਾ ਹੈ। ਅਗਾਹਾਂ ਨੂੰ ਮੌਤ ਦਾ ਉਸ ਉੱਤੇ ਵਸ ਨਹੀਂ ਹੈ। ਅਗਾਹਾਂ ਨੂੰ ਮੌਤ ਦਾ ਵਸ ਉਹਦੇ ਉੱਪਰ ਨਹੀਂ ਹੈ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਮਰ ਗਏ, ਮਰ ਕੇ ਤੀਸਰੇ ਦਿਨ ਮੁਰਦਿਆਂ ਦੇ ਵਿੱਚ ਜਿੰਦਾ ਹੋ ਗਏ, ਤਾਂ ਅਬ ਤੋਂ ਅਬਦੀ ਤੱਕ ਹਮੇਸ਼ਾ ਤੱਕ ਜਿੰਦਾ ਹੈ। ਹਾਲੇਲੂਇਆ। ਹਾਲੇਲੂਇਆ। ਤਾਂ ਇਸ ਕਰਕੇ ਜੇਕਰ ਸਾਡਾ ਪ੍ਰਭੂ ਯਿਸੂ ਮਸੀਹ ਜਿੰਦਾ ਪਰਮੇਸ਼ਰ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠਿਆ ਤਾਂ ਅਬ ਤੋਂ ਅਬਦੀ ਤੱਕ ਜਿੰਦਾ ਹੈ, ਤਾਂ ਅਸੀਂ ਵੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਲ ਜਿੰਦਾ ਆ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦੇ ਵਿੱਚ ਜਿੰਦਾ ਹੋਣ ਦਾ ਮਤਲਬ ਕਿ ਜਿਹੜੇ ਪੁਰਾਣੀ ਇਨਸਾਨੀਅਤ ਨੂੰ ਛੱਡ ਦਿੱਤਾ ਤੇ ਇੱਕ ਨਵੀਂ ਇਨਸਾਨੀਅਤ ਜਿਹੜੀ ਆ ਸਾਡੇ ਦਿਲਾਂ ਦੇ ਵਿੱਚ ਆ ਗਈ ਆ, ਤਾਂ ਉਹਦੇ ਨਾਲ ਅਸੀਂ ਪਰਮੇਸ਼ਰ ਦੇ ਨਾਲ ਜਿੰਦਾ ਆ। ਤਾਂ ਅਸੀਂ ਉਹ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਜਿਹੜੀ ਆਪਣੀ ਜ਼ਿੰਦਗੀ ਹੁਣ ਜਿਹੜੀ ਆ ਕੱਟਣੀ, ਤਾਂ ਕਿ ਅਸੀਂ ਕੋਈ ਗੁਨਾਹ ਨਹੀਂ ਕਰਨਾ ਹੈ, ਕੋਈ ਪਾਪ ਨਹੀਂ ਕਰਨਾ ਹੈ। ਕਿਉਂਕਿ ਪਾਪ ਦੀ ਮਜ਼ਦੂਰੀ ਕੀ ਆ? ਮੌਤ ਆ ਮੇਰੇ ਜੀਜੋ। ਹਾਲੇਲੂਇਆ। ਜੇ ਅਸੀਂ ਪਾਪ ਹੀ ਕਰੀ ਜਾਈਏ ਤਾਂ ਅਸੀਂ ਕਹੀ ਜਾਈਏ ਨਹੀਂ ਅਸੀਂ ਮਸੀਹ ਵੀ ਆ ਤੇ ਪਾਪ ਵੀ ਕਰੀਏ, ਮਸੀਹ ਵੀ ਆ ਤੇ ਪਾਪ ਵੀ ਕਰੀਏ। ਨਹੀਂ, ਇਹ ਦੋਹਰੀ ਜਿਹੜੀ ਆ ਦੋਗਲੀ ਕਿਸਮ ਦੇ ਜਿਹੜੀ ਜ਼ਿੰਦਗੀ ਹੈ ਉਹ ਅਸੀਂ ਨਹੀਂ ਦੇਣੀ ਹੈ। ਹਾਲੇਲੂਇਆ। ਜੇ ਸਾਡੇ ਪਾਪ ਮਾਫ ਕਰ ਦਿੱਤੇ ਪਰਮੇਸ਼ਰ ਨੇ ਤਾਂ ਅਸੀਂ ਇੱਕ ਨਵੀਂ ਜ਼ਿੰਦਗੀ ਜਿਹੜੀ ਆ ਪਰਮੇਸ਼ਰ ਦੇ ਵਿੱਚ ਜੀਣੀ ਆ। ਜਿਹੜੀ ਪਾਪਾਂ ਤੋਂ ਰਹਿਤ ਜ਼ਿੰਦਗੀ ਹੋਵੇ। ਹਾਲੇਲੂਇਆ। ਕੀ ਲਿਖਿਆ ਪਰਮੇਸ਼ਰ? ਜਿਹੜੀ ਮੌਤ ਉਹ ਮਾਇਆ ਉਹ ਪਾਪ ਦੇ ਕਾਰਨ ਇੱਕ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜਿਉਂਦਾ ਹੈ ਉਹ ਪਰਮੇਸ਼ਰ ਦੇ ਕਾਰਨ ਪਰਮੇਸ਼ਰ ਦੇ ਕਾਰਨ ਜਿੰਦਾ ਹੈ। ਹਾਲੇਲੂਇਆ। ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮੋਏ ਹੋਏ ਪਰ ਯਿਸੂ ਮਸੀਹ ਵਿੱਚ ਪਰਮੇਸ਼ਰ ਲਈ ਜਿਉਂਦੇ ਸਮਝੋ। ਹਾਲੇਲੂਇਆ। ਪਾਪ ਵੱਲੋਂ ਮੋਏ ਹੋਏ ਅਤੇ ਪਰਮੇਸ਼ਰ ਦੇ ਲਈ ਜਿਉਂਦੇ ਸਮਝੋ ਮੇਰੇ ਜੀਜੋ। ਹੁਣ ਤੁਸੀਂ ਪਰਮੇਸ਼ਰ ਦੇ ਨਾਲ ਜਿਉਂਦੇ ਆ। ਹਾਲੇਲੂਇਆ। ਤੁਸੀਂ ਪਾਪ ਤੋਂ ਰਹਿਤ ਹੋ ਗਏ ਆ, ਹੁਣ ਤੁਸੀਂ ਪਰਮੇਸ਼ਰ ਦੇ ਨਾਲ ਜਿਉਂਦੇ ਆ। ਹਾਲੇਲੂਇਆ। ਤਾਂ ਅੱਗੇ ਕੀ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ 6 ਬਾਬ ਦੀ 12 ਆਇਤ ਵਿੱਚ ਲਿਖਿਆ, ਉਪਰੰਤ ਪਾਪ ਤੁਹਾਡੀ ਮਰਨ ਵਾਲੀ ਦੇਹੀ ਵਿੱਚ ਰਾਜ ਨਾ ਕਰੇ। ਹਾਲੇਲੂਇਆ। ਜਿਹੜਾ ਪਾਪ ਜਿਹੜਾ ਤੁਹਾਡੀ ਜਿਹੜੀ ਮਰਨ ਵਾਲੀ ਦੇਹੀ ਆ ਉਹਦੇ ਵਿੱਚ ਰਾਜ ਨਾ ਕਰੇ ਮੇਰੇ ਜੀਜੋ। ਪਰਮੇਸ਼ਰ ਦੇ ਵਚਨ ਚ ਲਿਖਿਆ ਤੁਸੀਂ ਉਹਦੀਆਂ ਬੁਰੀਆਂ ਵਿਸ਼ਿਆਂ ਦੇ ਅਧੀਨ ਹੋਵੋ। ਕਹਿੰਦਾ ਜਿਹੜੀ ਮਰਨ ਵਾਲੀ ਦੇਹੀ ਆ ਉਹਦੇ ਵਿੱਚ ਪਾਪ ਜਿਹੜਾ ਰਾਜ ਨਾ ਕਰੇ, ਕਿਉਂਕਿ ਜਿਹੜੀ ਬੁਰੀਆਂ ਵਿਸ਼ਿਆਂ ਦੇ ਅਧੀਨ ਹੋਵੇ। ਪਰ ਅਸੀਂ ਆਪਣੇ ਅੰਗ ਜਿਹੜੇ ਕੁਧਰਮ ਆਪਣੇ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪਾਂ ਨੂੰ ਨਾ ਸੌਂਪੋ। ਜਿਹੜੇ ਅੰਗ ਜਿਹੜੇ ਆ ਕੁਧਰਮ ਦੇ ਹਥਿਆਰ ਬਣਾ ਕੇ ਪਾਪਾਂ ਨੂੰ ਨਹੀਂ ਸੌਂਪਣੇ ਹੈਗੇ। ਹਾਲੇਲੂਇਆ। ਪਾਪ ਨਹੀਂ ਕਰੀ ਜਾਣਾ ਹੈ, ਪਾਪ ਨਹੀਂ ਕਰੀ ਜਾਣਾ ਹੈ, ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ਰ ਨੂੰ ਸੌਂਪ ਦਿਓ। ਹਾਲੇਲੂਇਆ। ਆਪਣੇ ਜਿਹੜੇ ਅੰਗ ਆ, ਇਹ ਜਿਹੜੇ ਤੁਹਾਡੇ ਅੰਗ ਆ ਉਹ ਪਰਮੇਸ਼ਰ ਨੂੰ ਸੌਂਪ ਦਿਓ। ਹਾਲੇਲੂਇਆ। ਆਪਣੇ ਅੰਗ ਜਿਹੜੇ ਪਰਮੇਸ਼ਰ ਨੂੰ ਸੌਂਪ ਦਿਓ
ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਰ ਨੂੰ ਸੌਂਪ ਦਿਓ, ਕਿਉਂ ਜੋ ਤੁਹਾਡੇ ਉੱਤੇ ਪਾਪ ਦੀ ਵਾਹ ਨਾ ਚੱਲੇਗੀ। ਜਿਹੜੇ ਮੇਰੇ ਚੀਜ਼ੋ, ਜਦੋਂ ਤੁਸੀਂ ਇਹ ਅੰਗ ਜਿਹੜੇ ਹੈ ਆਪਣੇ ਪਰਮੇਸ਼ਰ ਨੂੰ ਦੇ ਦਿੰਨੇ ਹੈ, ਪਾਪਾਂ ਤੋਂ ਯਾਦ ਹੋ ਕੇ ਪਰਮੇਸ਼ਰ ਨੂੰ ਅੰਗ ਜਿਹੜੇ ਦੇ ਦਿੰਨੇ ਆ, ਤਾਂ ਕੀ ਆ ਅੱਗੇ ਤੋਂ ਤੁਹਾਡੇ ਤੇ ਪਾਪ ਦੀ ਵਾਹ ਨਹੀਂ ਚੱਲੇਗੀ ਮੇਰੇ ਚੀਜ਼ੋ। ਇਸ ਲਈ ਜੋ ਤੁਸੀਂ ਸ਼ਰ੍ਹਾ ਦੇ ਹੇਠ ਨੇ, ਸਗੋਂ ਕਿਰਪਾ ਦੇ ਹੇਠ ਆ ਗਏ। ਫਿਰ ਸ਼ਰ੍ਹਾ ਦੇ ਅਧੀਨ ਨਹੀਂ ਤੁਸੀਂ ਰਹਿੰਦੇ, ਫਿਰ ਕਿਰਪਾ ਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਹੇਠ ਤੁਸੀਂ ਆ ਗਏ। ਹਾਲੇਲੂਇਆ ਮੇਰੇ ਚੀਜ਼ੋ। ਪਰਮੇਸ਼ਰ ਦਾ ਬਚਨ ਸਾਨੂੰ ਦੱਸਦਾ ਹੈ ਕਿ ਇਹ ਜਿਹੜੇ ਅਸੀਂ ਅੰਗ ਜਿਹੜੇ ਅਸੀਂ ਪਾਪਾਂ ਵੱਲ ਨਹੀਂ ਜਾਣ ਦੇਣੇ ਹੈਗੇ, ਬਲਕਿ ਅਸੀਂ ਜਿਹੜੇ ਇਹ ਅੰਗ ਜਿਹੜੇ ਹੈ ਉਹ ਪ੍ਰਭੂ ਯਿਸੂ ਮਸੀਹ ਨੂੰ ਜਿਹੜੇ ਆ ਪਰਮੇਸ਼ਰ ਨੂੰ ਉਹਦੇ ਜੀ ਉੱਠਣ ਦੇ ਜਾਣ ਕਰਕੇ ਪਰਮੇਸ਼ਰ ਨੂੰ ਸੌਂਪ ਦਿਓ ਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਰ ਨੂੰ ਸੌਂਪ ਦਿਓ ਮੇਰੇ। ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ ਸਾਨੂੰ ਇਹੀ ਦੱਸਦਾ ਹੈ ਕਿ ਵਚਨ ਜਿਹੜਾ ਇਸ ਬਹੁਤ ਹੀ ਸੱਚਾ ਵਚਨ ਹੈ ਕਿ ਮਸੀਹ ਦੇ ਵਿੱਚ ਜਦੋਂ ਸਾਡੇ ਪਾਪ ਮਾਫ ਹੋ ਜਾਂਦੇ ਹੈ ਤਾਂ ਉਸ ਤੋਂ ਬਾਅਦ ਅਸੀਂ ਗੁਨਾਹ ਨਹੀਂ ਕਰਨਾ ਹੈ, ਪਾਪ ਨਹੀਂ ਕਰਨਾ ਹੈ। ਹਾਲੇਲੂਇਆ। ਇਸੇ ਦੀ 6 ਬਾਪ ਦੀ 12 ਚ ਦੇਖਾਂਗੇ ਕਿ ਪਰ ਧੰਨਵਾਦ ਹੈ ਪਰਮੇਸ਼ਰ ਦਾ ਕਿ ਭਾਵੇਂ ਤੁਸੀਂ ਪਾਪ ਦੇ ਦਾਸ ਹੋ। ਕਹਿੰਦੇ ਧੰਨਵਾਦ ਹੈ ਪਰਮੇਸ਼ਰ ਦਾ, ਪ੍ਰਭੂ ਯਿਸੂ ਮਸੀਹ ਦਾ, ਪਰਮੇਸ਼ਰ ਦਾ ਧੰਨਵਾਦ ਹੈ। ਭਾਵੇਂ ਤੁਸੀਂ ਪਾਪਾਂ ਦੇ ਵਿੱਚ ਫਸੇ ਹੋਏ ਸੀਗੇ, ਪਾਪ ਦੇ ਦਾਸ ਸੀਗੇ, ਪਰਮੇਸ਼ਰ ਪਾਪਾਂ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਆ ਗੁਜ਼ਾਰਦੇ ਸੀਗੇ, ਪਰ ਕੀ ਲਿਖਿਆ ਪਰਮੇਸ਼ਰ ਦੇ ਵਚਨ, ਪਰ ਜਿਸ ਸਿੱਖਿਆ ਦੇ ਸੱਚੇ ਵਿੱਚ ਢਾਲੇ ਗਏ ਤੁਸੀਂ ਮਨੋ ਉਹਦੇ ਆਗਿਆਕਾਰ ਹੋ। ਜਿਸ ਤਰ੍ਹਾਂ ਜਿਸ ਸੱਚੇ ਦੇ ਵਿੱਚ ਤੁਸੀਂ ਢਲ ਗਏ ਆ, ਹੁਣ ਤੁਸੀਂ ਪਾਪ ਜਿਹੜਾ ਤੁਹਾਡੀਆਂ ਜ਼ਿੰਦਗੀ ਵਿੱਚੋਂ ਖਤਮ ਹੋ ਗਿਆ, ਯਿਸੂ ਮਸੀਹ ਨੇ ਤੁਹਾਡੇ ਮਾਫ ਕਰ ਦਿੱਤੇ ਆ। ਇੱਕ ਜਿਸ ਤਰ੍ਹਾਂ ਇੱਟ ਜਿਹੜੀ ਹੈ ਜਦੋਂ ਇੱਟ ਬਣਾਉਂਦੇ ਆ, ਜਦੋਂ ਅਸੀਂ ਸੱਚੇ ਦੇ ਵਿੱਚ ਉਹਨੂੰ ਢਾਲ ਲੈ, ਜਿਸ ਤਰ੍ਹਾਂ ਅਸੀਂ ਸੱਚੇ ਦੇ ਵਿੱਚ ਢਾਲ ਲੈਨੇ ਉਸੇ ਤਰ੍ਹਾਂ ਹੀ ਬਣ ਜਾਂਦੀ ਹੈ। ਇਸੇ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਹੈ ਮੇਰੇ ਜੀਜੋ, ਜਦੋਂ ਅਸੀਂ ਉਸ ਸੱਚੇ ਦੇ ਵਿੱਚ ਜਿਸ ਤਰ੍ਹਾਂ ਢਾਲ ਲੈਨੇ ਆ ਕਿ ਹੁਣ ਅਸੀਂ ਗੁਨਾਹ ਨਹੀਂ ਕਰਨਾ ਹੈ, ਅਸੀਂ ਪਾਪਾਂ ਤੋਂ ਬਚ ਕੇ ਅਸੀਂ ਆਪਣੀ ਪਾਪਾਂ ਤੋਂ ਰਹਿਤ ਹੋ ਕੇ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਗੁਜ਼ਾਰਨੀ ਹੈ, ਪਾਪ ਨਹੀਂ ਕਰਨਾ ਹੈ, ਤਾਂ ਮੇਰੇ ਜੀਜੋ ਫਿਰ ਉਸ ਸੱਚੇ ਦੇ ਵਿੱਚ ਜਿਸ ਤਰ੍ਹਾਂ ਇੱਟ ਜਿਹੜੀ ਬਣਦੀ ਆ, ਇਸੇ ਤਰ੍ਹਾਂ ਅਸੀਂ ਵੀ ਸੱਚੇ ਦੇ ਵਿੱਚ ਢਲ ਜਾਂਦੇ ਆ ਤਾਂ ਕਿ ਅੱਛੇ ਕੰਮ ਕਰੀਏ, ਉਹ ਕੰਮ ਕਰੀਏ ਜਿਹੜੇ ਪਰਮੇਸ਼ਰ ਨੂੰ ਮਨ ਭਾਉਂਦੇ ਹੈ। ਆਪਣੀਆਂ ਜ਼ਿੰਦਗੀਆਂ ਜਿਹੜੀਆਂ ਆ ਪਰਮੇਸ਼ਰ ਦੇ ਮਨ ਭਾਉਂਦੀਆਂ ਬਣਾਈਆਂ। ਹਾਲੇਲੂਇਆ। ਤਾਂ ਕਿ ਪਰਮੇਸ਼ਰ ਖੁਸ਼ ਹੋਵੇ ਕਿ ਸੱਚਮੁੱਚ ਇਹ ਮੇਰੇ ਬੱਚੇ ਜਿਹੜੇ ਆ ਹੁਣ ਪਾਪ ਤੋਂ ਰਹਿਤ ਹੋ ਗਏ। ਹਾਲੇਲੂਇਆ। ਸੋ ਮੇਰੇ ਜੀਜੋ, ਮੈਂ ਤੁਹਾਨੂੰ ਸਰੀਰ ਦੀ ਦੁਰਬਲਤਾਈ ਦੇ ਕਾਰਨ ਮਨੁੱਖਾਂ ਵਾਲੀ ਗੱਲ ਆਖਦਾ ਹਾਂ, ਜਿਵੇਂ ਤੁਸੀਂ ਆਪਣੇ ਅੰਗ ਗੰਦਮੰਦ ਅਤੇ ਕੁਧਰਮ ਸਗੋਂ ਅਤ ਕੁਧਰਮ ਦੀ ਗੁਲਾਮੀ ਵਿੱਚ ਸੌਂਪ ਦਿੱਤੇ, ਤਿਵੇਂ ਹੁਣ ਆਪਣੇ ਅੰਗ ਧਰਮ ਦੀ ਗੁਲਾਮੀ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ। ਹਾਲੇਲੂਇਆ। ਜਿਹੜਾ ਤੁਸੀਂ ਪਹਿਲਾਂ ਜਿਹੜੇ ਆਪਣੇ ਅੰਗ ਜਿਹੜੇ ਸੀਗੇ ਜਿਹੜੇ ਗਲਤ ਕੰਮਾਂ ਦੇ ਵਿੱਚ ਪਾਪ ਤੇ ਪਾਪ ਕਰਨ ਦੇ ਵਿੱਚ ਗੰਦਮੰਦ ਦੇ ਵਿੱਚ ਕੁਧਰਮ ਅਤੇ ਹੋਰ ਕੁਧਰਮ ਦੀ ਗੁਲਾਮੀ ਸੌਂਪ ਦਿੱਤੇ ਸੀਗੇ, ਤਾਂ ਹੁਣ ਉਹੀ ਅੰਗ ਜਿਹੜੇ ਆ ਮੇਰੇ ਜਦੋਂ ਯਿਸੂ ਮਸੀਹ ਨੇ ਤੁਹਾਨੂੰ ਮਾਫ ਕਰ ਦਿੱਤਾ, ਤੁਹਾਡੇ ਪਾਪਾਂ ਨੂੰ ਮਾਫ ਕਰ ਦਿੱਤਾ, ਉਹੀ ਅੰਗ ਜਿਹੜੇ ਆ ਹੁਣ ਧਰਮ ਦੀ ਗੁਲਾਮੀ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ। ਹਾਲੇਲੂਇਆ। ਇਹ ਜਿਹੜੇ ਅੰਗ ਆ ਹੁਣ ਇਹ ਅੰਗਾਂ ਨੂੰ ਪਵਿੱਤਰ ਹੋਣ ਦੇ ਲਈ ਸੌਂਪ ਦਿਓ ਪਰਮੇਸ਼ਰ ਨੂੰ। ਹਾਲੇਲੂਇਆ। ਤਾਂ ਕਿ ਉਹ ਤੁਹਾਡੇ ਇਹਨਾਂ ਅੰਗਾਂ ਨੂੰ ਹੋਰ ਜ਼ਿਆਦਾ ਪਵਿੱਤਰ ਤੇ ਪਵਿੱਤਰ ਕਰੀ ਜਾਵੇ, ਹੋਰ ਜ਼ਿਆਦਾ ਪਵਿੱਤਰ ਤੇ ਪਵਿੱਤਰ ਕਰਕੇ ਤੁਹਾਨੂੰ ਜਿਹੜੀ ਆ ਇੱਕ ਨਵੀਂ ਜ਼ਿੰਦਗੀ ਜਿਹੜੀ ਪਰਮੇਸ਼ਰ ਦੇ ਨਾਲ ਜੋੜਨੀ ਹੈ, ਉਹ ਜੋੜ ਕੇ ਤੁਸੀਂ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਗੁਜ਼ਾਰ ਸਕੋ ਤੇ ਗੁਲਾਮੀ ਦੇ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ ਜਿਹੜੇ ਅੰਗ ਜਿਹੜੇ ਹੈ। ਜਾਂ ਤੁਸੀਂ ਪਾਪ ਦੇ ਦਾਸ ਹੋ ਪਰ ਹੁਣ ਧਰਮ ਤੋਂ ਆਜ਼ਾਦ ਹੋ। ਸੋ ਉਸ ਵੇਲੇ ਤੁਹਾਨੂੰ ਉਹਨਾਂ ਗੱਲਾਂ ਤੋਂ ਕੀ ਫਲ ਮਿਲਿਆ ਜਿਨ੍ਹਾਂ ਕਰਕੇ ਹੁਣ ਤੁਹਾਨੂੰ ਲੱਜਿਆ ਆਉਂਦੀ ਹੈ, ਕਿਉਂ ਜੋ ਉਹਨਾਂ ਦਾ ਓੜਕ ਮੌਤ ਹੈ। ਮੇਰੇ ਜੀਜੋ, ਜਿਹੜੇ ਪਹਿਲਾਂ ਅਸੀਂ ਕੰਮ ਕਰਦੇ ਸੀ, ਪਾਪ ਕਰਦੇ ਸੀ, ਗੁਨਾਹ ਕਰਦੇ ਸੀ, ਗੁਨਾਹਾਂ ਦੇ ਵਿੱਚ ਆਪਣੀ ਜ਼ਿੰਦਗੀ ਜਾਂ ਪਾਪਾਂ 'ਚ ਜ਼ਿੰਦਗੀ ਗੁਜ਼ਾਰਦੇ ਸੀ, ਤਾਂ ਉਹਨਾਂ ਤੋਂ ਤੁਹਾਨੂੰ ਹੁਣ ਕੀ ਮਿਲਿਆ? ਉਹ ਕੀ ਸੀਗਾ? ਉਹ ਮੌਤ ਸੀਗੀ। ਹਾਲੇਲੂਇਆ। ਪਰ ਹੁਣ ਜਿਹੜੀ ਇੱਕ ਨਵੀਂ ਜ਼ਿੰਦਗੀ ਜਿਹੜੀ ਮਿਲੀ ਹੈ ਤੁਹਾਨੂੰ ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਦੇ ਵਚਨ ਸਾਨੂੰ ਲਿਖਿਆ, ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ਰ ਦੇ ਦਾਸ ਬਣ ਕੇ ਪਵਿੱਤਰਤਾ ਦੇ ਲਈ ਆਪਣਾ ਫਲ ਅਤੇ ਓੜਕ ਨੂੰ ਸੰਦੀਪਕ ਜੀਵਨ ਪਾਉਂਦੇ ਹੋ। ਹੁਣ ਜਿਹੜੀ ਇੱਕ ਨਵੀਂ ਜ਼ਿੰਦਗੀ ਜਿਹੜੀ ਪਾਈ ਆ, ਉਹ ਪਾਪਾਂ ਤੋਂ ਛੁੱਟ ਕੇ ਹੁਣ ਪਰਮੇਸ਼ਰ ਦੇ ਦਾਸ ਬਣ ਗਏ ਤੁਸੀਂ, ਪਵਿੱਤਰਤਾ ਦੇ ਨਾਲ ਆਪਣਾ ਫਲ ਅਤੇ ਓੜਕ ਨੂੰ ਸੰਦੀਪਕ ਜੀਵਨ ਤੁਸੀਂ ਆਖਰ ਨੂੰ ਜਿਹੜੇ ਹੁਣ ਚੰਗੇ ਕੰਮ ਕਰਕੇ ਪਾਪਾਂ ਨੂੰ ਛੱਡ ਕੇ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਸੰਦੀਪਕ ਜੀਵਨ ਤੁਸੀਂ ਹੁਣ ਪਾਉਂਦੇ। ਇਹਦੇ ਵਿੱਚ ਪਾਪਾਂ ਦੀ ਮਨਜ਼ੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ਿਸ਼ ਮਸੀਹ ਯਿਸੂ ਸਾਡੇ ਪ੍ਰਭੂ ਦੇ ਵਿੱਚ ਸੰਦੀਪਕ ਜੀਵਨ ਹੈ। ਹਾਲੇਲੂਇਆ। ਕੀ ਲਿਖਿਆ ਆਖਰ ਦੇ ਵਿੱਚ ਕਿ ਆਪਾਂ ਦੇਖਣਾ ਹੈ ਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਪਾਪ ਦੀ ਜਿਹੜੀ ਮਜ਼ਦੂਰੀ ਹੈ ਉਹ ਮੌਤ ਆ, ਪਰ ਪਰਮੇਸ਼ਰ ਦੀ ਬਖਸ਼ਿਸ਼ ਜਿਹੜੀ ਆ ਮਸੀਹ ਯਿਸੂ ਪ੍ਰਭੂ ਦੇ ਵਿੱਚ ਸੰਦੀਪਕ ਜੀਵਨ ਹੈ। ਮੇਰੇ ਜੀਜੋ, ਹਾਲੇਲੂਇਆ। ਪ੍ਰਭੂ ਦੇ ਵਿੱਚ ਸੰਦੀਪਕ ਜੀਵਨ ਹੈ। ਜਦੋਂ ਅਸੀਂ ਪਾਪਾਂ ਦੀ ਜ਼ਿੰਦਗੀ ਜਿਹੜੀ ਖਤਮ ਕਰ ਦਿੰਦੇ ਹਾਂ
ਪਰ ਹੁਣ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਣ ਕੇ ਕੀ ਹੈ, ਪ੍ਰਭੂ ਯਿਸੂ ਮਸੀਹ ਬਖਸ਼ਿਸ਼ ਹੈ। ਤਾਂ ਮਸੀਹ ਯਿਸੂ ਸਾਡੇ ਪ੍ਰਭੂ ਦੇ ਵਿੱਚ ਕੀ ਆ, ਸੰਦੀਪਕ ਜੀਵਨ ਹੈ ਮੇਰੇ ਜੀ। ਜੋ ਸੱਚਮੁੱਚ ਜੇਕਰ ਅਸੀਂ ਸੰਦੀਪਕ ਜੀਵਨ ਲੈਣਾ, ਤਾਂ ਜੇ ਅਸੀਂ ਪਰਮੇਸ਼ਰ ਦੇ ਵਿੱਚ ਆ ਗਏ, ਅਸੀਂ ਗੁਨਾਹਾਂ ਨੂੰ ਮਾਫ, ਪ੍ਰਭੂ ਯਿਸੂ ਮਸੀਹ ਨੇ ਸਾਡੇ ਗੁਨਾਹਾਂ ਨੂੰ ਮਾਫ ਕਰ ਦਿੱਤਾ। ਬੈਪਤਿਜ਼ਮ ਲੈ ਕੇ ਪੁਰਾਣੀ ਇਨਸਾਨੀਅਤ ਅਸੀਂ ਮਾਰ ਸੁੱਟੀ ਆ, ਦਫਨ ਹੋ ਗਈ ਆ, ਇੱਕ ਨਵੀਂ ਜ਼ਿੰਦਗੀ ਪਰਮੇਸ਼ਰ ਨੇ ਦਿੱਤੀ ਆ। ਤੇ ਮੇਰੇ ਜੋ ਅੱਜ ਅਸੀਂ ਪ੍ਰਣ ਕਰਨਾ ਹੈ ਕਿ ਅਸੀਂ ਮੁੜ ਕੇ ਗੁਨਾਹ ਨਾ ਕਰੀਏ, ਪਾਪ ਨਾ ਕਰੀਏ। ਪਾਪ ਵੱਡਾ ਹੋਵੇ ਜਾਂ ਛੋਟਾ ਹੋਵੇ, ਪਰ ਪਾਪ ਤੇ ਪਾਪ ਹੀ ਹੈ ਮੇਰੇ ਜੀਜੋ। ਪਰ ਅਸੀਂ ਆਪਣੇ ਆਪ ਨੂੰ ਦੇਖਣਾ ਹੈ ਕਿ ਅਸੀਂ ਗੁਨਾਹ ਨਾ ਕਰ ਸਕੇ, ਅਸੀਂ ਪਾਪ ਨਾ ਕਰ ਸਕੇ। ਪਾਪ ਦੀ ਮਜ਼ਦੂਰੀ ਮੌਤ ਆ। ਹਾਲੇਲੂਇਆ ਮੇਰੇ ਜੀਜੋ। ਜੇਕਰ ਸੱਚਮੁੱਚ ਅਸੀਂ ਮੌਤ ਵੱਲ ਨਹੀਂ ਜਾਣਾ ਹੈ, ਤਾਂ ਅਸੀਂ ਆਪਣੇ ਪਾਪਾਂ ਤੋਂ ਰਹਿਤ ਹੋ ਕੇ ਜ਼ਿੰਦਗੀ ਜਿਹੜੀ ਆ ਉਹ ਗੁਜ਼ਾਰਨੀ, ਤਾਂ ਕਿ ਅਸੀਂ ਪ੍ਰਭੂ ਦੇ ਵਿੱਚ ਹੋ ਕੇ ਅਸੀਂ ਇੱਕ ਨਵਾਂ ਜੀਵਨ ਜਿਹੜਾ ਆ ਜੋ ਪਰਮੇਸ਼ਰ ਵੱਲੋਂ ਮਿਲਦਾ ਹੈ, ਉਹ ਜੀਵਨ ਜਿਹੜਾ ਹੈ ਉਹ ਸੰਦੀਪਕ ਜੀਵਨ ਆ ਮੇਰੇ ਜੀਜੋ। ਹਾਲੇਲੂਇਆ ਹਾਲੇਲੂਇਆ। ਖੁਦਾ ਤੁਹਾਨੂੰ ਇਹਨਾਂ ਬਚਨਾਂ ਨਾਲ ਬਹੁਤ ਬੜੀ ਬਰਕਤ ਤੇ ਬਹੁਤ ਬੜੀ ਆਸ਼ੀਸ਼ ਦੇਵੇ। ਇਹੀ ਗੱਲ ਹੈ ਕਿ ਅਸੀਂ ਆਪਣੇ ਪਾਪਾਂ ਨੂੰ ਛੱਡ ਕੇ ਇੱਕ ਨਵਾਂ ਸੰਦੀਪਕ ਜੀਵਨ ਪਾ ਲਈਏ। ਹਾਲੇਲੂਇਆ। ਪ੍ਰਭੂ ਤੁਹਾਨੂੰ ਇਹਨਾਂ ਬਚਨਾਂ ਨਾਲ ਬਰਕਤ ਤੇ ਆਸ਼ੀਸ਼ ਦੇ। ਆਮੀਨ।